Hello students, welcome you on my lectures on biology. I am Baljinder Kaur, lecturer biology, working at Government Senior Secondary School Boys, Tanola, District Barnala. And our today's topic is major abiotic factors from class 12, chapter 13, organisms and populations. Let us now discuss all about this topic. In this lecture, we will discuss all about these four major abiotic factors. At last, I will summarize the topic and then I will ask you some questions related to the topic. Now, students, what is environment? Your surroundings is environment, and the environmental factors are those which are affecting the living beings or individual in any sense or any way in their shape and functioning. So these are of two types. They are biotic, which are living beings, and abiotic, which are non-living. ਇਹਨਾਂ ਦੇ ਵਿੱਚ ਤੁਸੀਂ ਇੱਥੇ ਦੇਖ ਰਹੇ ਹੋ, ਇੱਥੇ ਤੁਹਾਨੂੰ ਕਈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ wind है, sunlight है, soil, temperature, atmosphere, water. But we will do only those major four abiotic factors which are related to your syllabus. These are temperature, water, light and soil. So most important factor is temperature. It is the degree of hotness and coldness. It depends upon latitude. ਹਾਂਜੀ ਬੇਟਾ ਇੱਥੇ ਤੁਸੀਂ ਦੇਖਦੇ ਹੋ ਧਰਤੀ ਦਾ ਜਿਹੜਾ ਦੇਖੋ ਇਕੁਏਟਰ ਹੈ, ਇਸ ਤੋਂ ਜਦੋਂ ਅਸੀਂ ਪੋਲਸ ਵੱਲ ਨੂੰ ਜਾਂਦੇ ਆ ਤਾਂ ਜਿਹੜਾ ਟੈਂਪਰੇਚਰ ਹੈ ਉਹ ਘਟਦਾ ਜਾਂਦਾ। ਸੋ ਦਿਸ ਇਜ਼ ਲੈਟੀਟਿਊਡ। ਭਾਵੇਂ ਤੁਸੀਂ ਨਾਰਥ ਪੋਲ ਵੱਲ ਜਾਓ ਜਾਂ ਸਾਊਥ ਪੋਲ ਵੱਲ ਜਾਓ ਤਾਂ ਇਕੁਏਟਰ ਦੇ ਉੱਤੇ ਮੈਕਸੀਮਮ ਟੈਂਪਰੇਚਰ ਹੁੰਦਾ ਤੇ ਪ੍ਰੋਡਕਸ਼ਨ ਵੀ ਮੈਕਸੀਮਮ ਹੁੰਦੀ ਆ। ਸੋ ਇਹਦੇ ਤੋਂ ਜਦੋਂ ਅਸੀਂ ਪੋਲਸ ਵੱਲ ਨੂੰ ਜਾਂਦੇ ਹੈਗੇ ਆ ਤਾਂ ਠੰਡ ਹੈ ਜਿਹੜੀ ਉਹ ਵੱਧਦੀ ਤੁਰੀ ਜਾਂਦੀ ਹੈ। ਸੋ ਇਹਦੇ ਨਾਲ ਜਿਹੜਾ ਸਾਰੇ ਜੇ ਪੌਦਿਆਂ 'ਤੇ ਇਫੈਕਟ ਪੈਂਦਾ, ਪ੍ਰੋਡਿਊਸਰਸ 'ਤੇ, ਫਿਰ ਉਹਨਾਂ ਨੂੰ ਖਾਣ ਵਾਲਿਆਂ 'ਤੇ ਜਿਹੜੇ ਐਨੀਮਲਸ ਹੈਗੇ ਨੇ ਉਹਨਾਂ ਦੇ ਉੱਤੇ ਵੀ ਫਰਕ ਪੈਂਦਾ। ਸੋ ਆਲ ਲਿਵਿੰਗ ਬੀਇੰਗਸ ਦੇ ਆਰ ਅਫੈਕਟਡ ਬਾਏ ਟੈਂਪਰੇਚਰ ਥਰੂ ਲੈਟੀਟਿਊਡ। ਨਾਓ ਐਲਟੀਟਿਊਡ। ਐਲਟੀਟਿਊਡ ਕੀ ਹੈ ਬੇਟਾ? ਜਦੋਂ ਅਸੀਂ ਕਿਸੇ ਪਹਾੜ ਨੂੰ ਦੇਖਦੇ ਹਾਂ, ਉਚਾਈ 'ਤੇ ਦੇਖਦੇ ਹਾਂ, ਜ਼ਮੀਨ ਤੋਂ ਉੱਪਰ ਵੱਲ ਨੂੰ ਜਾਂਦੇ ਹਾਂ, ਸੋ ਦਿਸ ਇਜ਼ ਦ ਐਲਟੀਟਿਊਡ। ਇੱਥੇ ਵੀ ਸੇਮ ਉਸੇ ਤਰ੍ਹਾਂ ਹੀ ਜਦੋਂ ਕਿਸੇ ਤੁਸੀਂ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਵੀ ਜਿਵੇਂ ਜਿਵੇਂ ਉੱਪਰ ਨੂੰ ਜਾਈ ਜਾਓਗੇ ਤਾਂ ਠੰਡ ਜਿਹੜੀ ਹੈਗੀ ਆ ਉਹ ਵਧੀ ਜਾਣੀ ਹੈ। ਟੈਂਪਰੇਚਰ ਜਿਹੜਾ ਹੈਗਾ ਇਟ ਵਿਲ ਡਿਕਰੀਜ਼। ਸੋ ਇਹਦੇ ਨਾਲ ਇਹ ਜ਼ੋਨਸ ਨੇ ਜਿਹੜੇ ਉਹ ਪੈਦਾ ਹੋ ਜਾਂਦੇ ਨੇ, ਜ਼ੋਨਸ। ਸੋ ਇਹ ਸਾਰੀ ਜਿਹੜੀ ਵੈਜੀਟੇਸ਼ਨ ਹੈਗੀ ਹੈ ਇਟ ਡਿਪੈਂਡਸ ਔਨ ਟੈਂਪਰੇਚਰ ਐਂਡ ਲਾਈਟ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਜ਼ੋਨਸ ਜਿਹੜੇ ਬਣੇ ਹੋਏ ਨੇ ਬੇਟਾ। ਆਰਕਟਿਕ ਜਿਹੜਾ ਹੈਗਾ ਟੁੰਡਰਾ, ਇਹ ਤਾਂ ਜਿਵੇਂ ਨਾਰਥ ਪੋਲ ਅਤੇ ਸਾਊਥ ਪੋਲ ਦੇ ਉੱਤੇ ਜਿਵੇਂ ਜਿਵੇਂ ਅਸੀਂ ਪੋਲਸ ਵੱਲ ਨੂੰ ਜਾਂਦੇ ਹਾਂ ਉਹ ਹੈਗਾ। ਇਸੇ ਤਰ੍ਹਾਂ ਹੀ ਇੱਥੇ ਕੋਨੀਫਰਸ ਫੋਰੈਸਟ ਬਣੀਆਂ ਹੋਈਆਂ ਨੇ ਜਿੱਥੇ ਉਦੋਂ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਟੈਂਪਰੇਚਰ ਹੈਗਾ, ਫਿਰ ਉਸ ਤੋਂ ਥੋੜ੍ਹਾ ਜ਼ਿਆਦਾ ਟੈਂਪਰੇਚਰ ਆ ਜਾਂਦਾ। ਸਬ ਟਰੋਪੀਕਲ ਏਰੀਆਜ਼ ਜਿਹੜੇ ਅਸੀਂ ਕੀਤੇ ਹੈਗੇ ਨੇ ਇਹਨਾਂ ਦੇ ਵਿੱਚ ਦੇਖੋ ਜਿਹੜਾ ਹੈਗਾ ਇਹਨਾਂ ਨੂੰ ਛੱਡ ਕੇ ਇਹਨਾਂ ਦੇ ਉੱਪਰ ਜਿੱਥੇ ਕੈਨੇਡਾ ਵਗੈਰਾ ਹੈਗਾ ਤਾਂ ਉੱਥੇ ਟੈਂਪਰੇਟ ਡੈਸੀਡੂਅਸ ਫੋਰੈਸਟ ਹੈਗਾ। ਅਤੇ ਅਸੀਂ ਜਿਹੜਾ ਇੰਡੀਆ ਜਿਹੜਾ ਹੈਗਾ ਉਹ ਦੇਖੋ ਕਿੱਥੇ ਹੈਗਾ, ਟਰੋਪੀਕਲ ਫੋਰੈਸਟ ਦੇ ਵਿੱਚ ਹੈਗਾ। ਦੈਨ ਡੈਸੀਡੂਅਸ ਫੋਰੈਸਟ ਆ ਜਾਂਦੀਆਂ ਨੇ। ਇਹ ਫਿਰ ਦੇਖੋ ਇੱਧਰ ਨੂੰ ਉਚਾਈ ਵੱਲ ਨੂੰ ਜਦੋਂ ਜਿਵੇਂ ਜਿਵੇਂ ਅਸੀਂ ਜਾਂਦੇ ਹਾਂ ਤਾਂ ਟੈਂਪਰੇਚਰ ਜਿਹੜਾ ਹੈਗਾ ਉਹ ਘਟਦਾ ਹੈਗਾ। ਤਾਂ ਜਿਹਦੇ ਨਾਲ ਦੇਖੋ ਫਿਰ ਡੈਸੀਡੂਅਸ ਮੀਨਸ ਪੱਤੇ ਝਾੜਦੇ ਨੇ ਜਿੱਥੇ ਸੀਜ਼ਨਸ ਬਣਦੇ ਹੈਗੇ ਨੇ। ਸੋ ਪੱਤੇ ਝੜਦੇ ਨੇ, ਇਸ ਤਰ੍ਹਾਂ ਦੇ ਰੁੱਖ ਨੇ। ਫਿਰ ਉਸ ਤੋਂ ਉੱਪਰ ਨੂੰ ਜਾਂਦੇ ਹਾਂ ਹੋਰ ਤਾਂ ਥੋੜ੍ਹੇ ਜਿਹੇ ਉੱਥੇ ਕੋਨੀਫਰਸ ਕੋਨਸ ਬਣਦੀਆਂ ਹੈਗੀਆਂ ਨੇ। ਤੁਸੀਂ ਪਾਈਨਸ ਵਗੈਰਾ ਦੇਖਿਆ ਹੋਣਾ ਜਦੋਂ ਕਿਤੇ ਪਹਾੜੀ 'ਤੇ ਜਾਂਦੇ ਹੋ। ਜੇ ਹੋਰ ਉੱਚੀਆਂ ਪਹਾੜੀਆਂ 'ਤੇ ਜਾਂਦੇ ਹੋ ਜਾਂ ਉਚਾਈ 'ਤੇ ਜਾਂਦੇ ਹੋ ਦੈਨ ਐਲਪਾਈਨ ਟੁੰਡਰਾ ਜਿਹੜਾ ਹੈਗਾ। ਫਿਰ ਅਖੀਰ 'ਤੇ ਜਾ ਕੇ ਦੇਖੋ ਕੀ ਹੈ, ਆਈਸ ਕੈਪਸ ਨੇ ਜਿਹੜੀਆਂ ਉਹ ਆਉਂਦੀਆਂ ਨੇ।
ਸੋ ਇਸ ਤਰ੍ਹਾਂ ਨਾਲ ਉੱਥੇ ਜਿੱਥੇ ਵੀ ਆਈਸ ਹੈਗੀ ਹੈ ਬਹੁਤ ਜ਼ਿਆਦਾ ਹਰ ਸਮੇਂ ਜੰਮੀ ਰਹਿੰਦੀ ਹੈ, ਸੋ ਉੱਥੇ ਵੈਜੀਟੇਸ਼ਨ ਇਟ ਇਜ਼ ਵੈਰੀ ਸਕਾਰਸ, ਸੋ ਇਹ ਇਫੈਕਟ ਕਰਦਾ ਹੈਗਾ। ਦੈਨ ਟੋਪੋਗ੍ਰਾਫੀ ਕੀ ਹੈ ਬੇਟਾ? ਜ਼ਮੀਨ ਦੀ, ਧਰਤੀ ਦੀ ਬਣਤਰ, ਉੱਪਰਲੀ ਤਹਿ ਦੀ, ਉਹਨੂੰ ਆਪਾਂ ਟੌਪ ਦੀ ਜਿਹੜੀ ਅਸੀਂ ਕਹਿ ਲਈਏ ਉਹਦੀ ਬਣਤਰ ਹੈ, ਕਿਵੇਂ ਉਚਾਈਆਂ ਨਿਵਾਣਾ ਹੈਗੀਆਂ ਨੇ, ਉਸੇ ਢੰਗ ਨਾਲ ਜਿਹੜੀ ਹੈਗੀ ਉੱਥੇ ਵੈਜੀਟੇਸ਼ਨ ਐਂਡ ਐਨੀਮਲਸ ਹੋਣਗੇ। ਦੈਨ ਸਲੋਪ ਆਸਪੈਕਟ, ਜਿਹੜੀ ਢਲਾਣ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਹੈ। ਦੈਨ ਸੀਜ਼ਨ ਅਫੈਕਟ ਕਰਦੇ ਨੇ, ਵੈਜੀਟੇਸ਼ਨ ਉੱਥੇ ਦੀ ਐਂਡ ਹਿਊਮਿਡਿਟੀ। Now the organisms, they are of two types. These are stenothermal, cold-blooded animals. ਇਹਨਾਂ ਦੇ ਵਿੱਚ ਬੇਟਾ ਤੁਸੀਂ ਬਰਡਸ ਤੇ ਮੈਮਲਸ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਐਨੀਮਲਸ ਹੈਗੇ ਨੇ ਮੋਸਟਲੀ ਦੇ ਆਰ cold-blooded. Cold-blooded means ਇਹਨਾਂ ਦੇ ਜਿਹੜਾ ਬਾਡੀ ਟੈਂਪਰੇਚਰ ਹੈਗਾ ਉਹ ਮੇਨਟੇਨ ਨਹੀਂ ਰਹਿੰਦਾ, ਇਟ ਚੇਂਜਸ ਵਿਦ ਦ ਐਨਵਾਇਰਨਮੈਂਟ। ਸੋ ਇਸ ਕਰਕੇ ਜਿਹੜੇ ਐਨਜ਼ਾਈਮਸ ਹੈਗੇ ਨੇ ਉਹ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਹੈਗੇ। ਸੋ ਇਹ ਜਿਹੜੇ ਹੈਗੇ ਨੇ ਸਰਦੀਆਂ ਦੇ ਵਿੱਚ ਬਹੁਤ ਹੀ ਸੁਸਤ ਹੋ ਜਾਂਦੇ ਨੇ, ਅਤੇ ਗਰਮੀਆਂ ਦੇ ਵਿੱਚ ਦਿਨ ਵੇਲੇ ਜੇ ਬਹੁਤ ਜ਼ਿਆਦਾ ਗਰਮੀ ਹੋਵੇ ਤਾਂ ਇਹਨਾਂ ਨੂੰ ਲੁਕਣਾ ਪੈਂਦਾ। ਸੋ ਇਸੇ ਤਰ੍ਹਾਂ ਹੀ ਨੈਕਸਟ ਦੇ ਆਰ ਯੂਰੀਥਰਮਲ ਔਰ ਵਾਰਮ ਬਲੱਡਡ ਐਨੀਮਲਸ। ਹੁਣ ਇੱਥੇ ਜਿਹੜੇ ਯੂਰੀਥਰਮਲ ਹੈਗੇ ਨੇ ਇਹਨਾਂ ਦੇ ਵਿੱਚ ਦੇਖੋ ਦੀਜ਼ ਆਰ ਬਰਡਸ ਐਂਡ ਮੈਮਲਸ। ਹੁਣ ਇਹਨਾਂ ਦੀ ਜਿਹੜੀ ਬਾਡੀ ਹੈਗੀ ਆ ਉਹ ਆਪਣਾ ਜਿਹੜਾ ਅੰਦਰਲਾ ਇੰਟਰਨਲ ਐਨਵਾਇਰਨਮੈਂਟ ਹੈ ਇਟ ਇਜ਼ ਮੇਨਟੇਨਡ, ਜਿਵੇਂ ਵੀ ਹੈਗਾ ਉਹ ਜਿਸ ਤਰ੍ਹਾਂ ਦਾ ਵੀ ਹੈਗਾ ਮੇਨਟੇਨ ਰਹਿੰਦਾ। ਟੈਂਪਰੇਚਰ ਆਲਮੋਸਟ ਐਟ 37 ਡਿਗਰੀ ਸੈਂਟੀਗ੍ਰੇਡ ਬਿਕੋਜ਼ ਮੋਸਟ ਆਫ ਦ ਐਨਜ਼ਾਈਮਸ ਦੇ ਵਰਕ ਐਟ ਦਿਸ ਟੈਂਪਰੇਚਰ। ਸੋ ਇਸ ਕਰਕੇ ਇਸੇ ਟੈਂਪਰੇਚਰ 'ਤੇ ਆਪਣਾ ਬਾਡੀ ਟੈਂਪਰੇਚਰ ਹੈ ਜਿਹੜਾ ਮੇਨਟੇਨ ਕਰਦੇ ਨੇ, pH ਮੇਨਟੇਨ ਕਰਕੇ ਰੱਖਦੇ ਨੇ, ਜਿਸ ਕਾਰਨ ਫਿਰ ਇਹ ਸਦੋਂ ਹੀ ਜਿਹੜਾ ਹੈਗਾ ਐਕਟਿਵ ਰਹਿੰਦੇ ਨੇ ਆਪਣੀ ਸਾਰੀ ਜ਼ਿੰਦਗੀ। ਕੋਈ ਵੀ ਮੌਸਮ ਕਿਹੋ ਜਿਹਾ ਵੀ ਹੋਵੇ ਟੈਂਪਰੇਚਰ ਜਿਹੜਾ ਹੈ ਇਹਨਾਂ 'ਤੇ ਬਹੁਤਾ ਇਫੈਕਟ ਨਹੀਂ ਕਰਦਾ। ਨਾਓ ਇਫੈਕਟਸ ਆਫ ਟੈਂਪਰੇਚਰ। Temperature has been found to affect the living organisms in various ways. For example, it has significant role on morphology, physiology, behavior, growth, and ontogenic development, as well as distribution of plants and animals. So now we will discuss about some of well-studied effects of temperature on living organisms, and the first one is growth. Temperature and growth. The growth rates of different animals and plants is influenced by temperature. For example, the adult trouts do not feed much and do not grow until the water is warmer than 10 degree centigrade. Likewise, gastropod sea urchin show maximum size in warmer water. Now the second point is temperature and metabolism. ਬੇਟਾ ਐਨਜ਼ਾਈਮਸ ਜਿਹੜੇ ਹੈਗੇ ਨੇ ਉਹ ਬਹੁਤ ਹੱਦ ਤੱਕ ਟੈਂਪਰੇਚਰ 'ਤੇ ਡਿਪੈਂਡ ਕਰਦੇ ਨੇ। ਇਹ ਜੇ ਟੈਂਪਰੇਚਰ ਵੱਧਦਾ ਜਾਂਦਾ ਤਾਂ ਐਨਜ਼ਾਈਮਸ ਜਿਹੜੇ ਹੈਗੇ ਨੇ, ਕਿਉਂਕਿ ਜ਼ਿਆਦਾ ਐਨਜ਼ਾਈਮਸ ਪ੍ਰੋਟੀਨਸ ਦੇ ਬਣੇ ਹੋਏ ਨੇ, ਤਾਂ ਪ੍ਰੋਟੀਨਸ ਦੀ ਸ਼ੇਪ ਹੈ ਜਿਹੜੀ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ ਜੇਕਰ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ। ਸੋ ਉਹਦੀ ਐਨਜ਼ਾਈਮੈਟਿਕ ਐਕਟੀਵਿਟੀ ਹੈ ਜਿਹੜੀ ਉਹ ਘੱਟ ਜਾਂਦੀ ਹੈ। ਨਾਓ ਇਫੈਕਟ ਆਫ ਟੈਂਪਰੇਚਰ ਔਨ ਰੀਪਰੋਡਕਸ਼ਨ। The maturation of gonads, gametogenesis and liberation of gametes takes place at a specific temperature which varies from species to species. Thus, temperature determines the breeding seasons of most organisms. Now, sex ratio. In certain animals, the environmental temperature determines the sex ratio of the species. For example, the sex ratio of copepod is found to be temperature dependent. As temperature rises, there is a significant increase in number of males. ਹਾਂਜੀ, next is effect of temperature on color, coloration. ਇੱਥੇ ਜੇ ਤੁਸੀਂ ਬੇਟਾ ਦੇਖਦੇ ਹੈਗੇ ਹੋ ਜਿੱਥੇ ਵਾਰਮ ਐਂਡ ਹਿਊਮਿਡ ਏਰੀਆ ਹੈਗਾ ਉੱਥੇ ਪਿਗਮੈਂਟੇਸ਼ਨ ਜ਼ਿਆਦਾ ਹੁੰਦੀ ਹੈ, ਉੱਥੇ ਜਿਹੜਾ ਕਲਰ ਹੈਗਾ ਉਹ ਡਾਰਕ ਹੈ। ਬਟ ਇੱਥੇ ਐਗਜ਼ਾਮਪਲਸ ਹੈਗੀਆਂ ਨੇ
ਫਰੋਗ, ਹਾਈਲਾ ਹੈਗਾ, ਟਰੀ ਫਰੋਗ ਹੈ, ਤੇ ਫਿਰ ਰਾਈਨੋਸੋਮਾ, ਇਹ ਰੈਪਟਾਈਲ ਹੈਗਾ। ਤਾਂ ਇਹਨਾਂ ਦੇ ਜਿਹੜਾ ਹੈਗਾ ਡਰਾਈ ਤੇ ਕੋਲਡ ਏਰੀਆ ਦੇ ਵਿੱਚ ਇਹਨਾਂ ਦੇ ਵਿੱਚ ਡਾਰਕ ਪਿਗਮੈਂਟ ਆ ਜਾਂਦਾ। ਪਰ ਜਦੋਂ ਅਸੀਂ ਹਿਊਮਨਸ ਦੀ ਗੱਲ ਕਰਦੇ ਹਾਂ ਤਾਂ ਵਾਰਮ ਐਂਡ ਹਿਊਮਿਡ ਏਰੀਆ ਦੇ ਜਿਹੜੇ ਜਿੱਥੇ ਰਹਿਣ ਵਾਲੇ ਲੋਕ ਨੇ ਉਹ ਜ਼ਿਆਦਾ ਉਹਨਾਂ ਦਾ ਡਾਰਕ ਕਲਰ ਹੁੰਦਾ ਗਾ। ਟੈਂਪਰੇਚਰ ਐਂਡ ਐਨੀਮਲ ਬਿਹੇਵੀਅਰ, ਹੇਅਰ ਟਿਕਸ ਲੋਕੇਟ देयर वार्म blood host by turning reaction to the heat of their bodies. Certain snakes such as rattlesnake and pit vipers are able to detect their prey by their body heat which remains slightly warmer than the surroundings. The arrival of cold weather in temperate zones causes the snakes to coil up and huddle together. Yes, temperature effect on morphology. ਇੱਥੇ ਬੇਟਾ ਤੁਸੀਂ ਦੇਖਦੇ ਹੈਗੇ ਹੋ ਦੋ ਤਰ੍ਹਾਂ ਦੇ ਫੌਕਸ ਹੈਗੇ ਨੇ, ਇੱਕ ਹੈਗਾ ਆਰਕਟਿਕ ਫੌਕਸ, ਬਰਫ਼ ਦੇ ਉੱਤੇ ਖੜਾ ਹੈਗਾ, ਤੇ ਸੈਕਿੰਡ ਇਜ਼ ਦਾ ਡੈਜ਼ਰਟ ਫੌਕਸ। ਹੁਣ ਇੱਥੇ ਦੋਨਾਂ ਦੇ ਤੁਸੀਂ ਈਅਰਸ ਤੇ ਜਿਹੜਾ ਹੈਗਾ ਦੇਖ ਸਕਦੇ ਹੋ, ਸਾਈਜ਼ ਆਫ ਦਾ ਈਅਰ। ਤਾਂ ਇੱਥੇ ਕੀ ਫਰਕ ਹੈ ਕਿ ਸਾਈਜ਼ ਹੈ ਜਿਹੜਾ ਇਹਦਾ ਬੜਾ ਹੈ, ਕਿਉਂਕਿ ਹੀਟ ਲਾਸ ਹੈ ਜਿਹੜੀ ਦੈਟ ਇਜ਼ ਕੰਜ਼ਰਵਡ ਇਨ ਦ ਪੋਲਰ ਰੀਜਨਸ ਔਰ ਕੋਲਡਰ ਰੀਜਨਸ। ਇਹ ਹੈਗਾ ਐਲਨਸ ਰੂਲ, ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਦੈਨ ਸੈਕਿੰਡ ਇਜ਼ ਇਹਦਾ ਬਰਜਮੈਨਸ ਰੂਲ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਜਿਹੜਾ ਫੌਕਸ ਹੈਗਾ ਜਾਂ ਕੋਈ ਵੀ ਇੰਡੀਵਿਜੂਅਲ ਹੈਗਾ ਇਨ ਦਾ ਕੋਲਡਰ ਰੀਜਨ, ਇਹਦੀ ਜਿਹੜੀ ਬੋਡੀ ਹੈਗੀ ਹੈ ਦੈਟ ਇਜ਼ ਲਾਰਜਰ ਦੈਨ ਦ ਵਾਰਮਰ ਰੀਜਨ। ਹੁਣ ਇੱਥੇ ਨਾਲੋਂ ਇਹਦਾ ਸਾਈਜ਼ ਦਾ ਦੇਖੋ ਕਿੰਨਾ ਫਰਕ ਹੈ। ਐਲਨਸ ਰੂਲ ਐਕਸਟ੍ਰੀਮਿਟੀਜ਼ ਦੀ ਗੱਲ ਕਰਦੇ ਨੇ ਕਿ ਜਿੰਨੇ ਵੀ ਆ ਸਾਰੇ ਐਕਸਟ੍ਰੀਮਸ ਤੇ ਪਏ ਨੇ, ਭਾਵੇਂ ਉਹਦੀਆਂ ਲੱਤਾਂ ਨੇ ਜਾਂ ਉਹਦਾ ਸਨਾਊਟ ਹੈ ਤੇ ਉਹਦੇ ਈਅਰਸ ਨੇ, ਟੇਲ ਹੈ, ਇਹ ਸਾਰੇ ਜਿਹੜੇ ਹੈਗੇ ਨੇ ਇਹ ਸ਼ਾਰਟ ਹੈਗੇ ਨੇ ਇਹਦੇ ਨਾਲੋਂ, ਸੋ ਐਜ਼ ਕੰਪੇਅਰ ਟੂ ਦ ਵਾਰਮਰ ਏਰੀਆ। ਹਾਂਜੀ ਬੇਟਾ, ਥਰਮੋ ਪੀਰੀਓਡਿਸਿਟੀ ਇਹ ਕੀ ਹੈਗਾ, ਇਟ ਇਜ਼ ਦ ਚੇਂਜ ਇਨ ਟੈਂਪਰੇਚਰ ਐਟ ਸਪੈਸੀਫਿਕ ਇੰਟਰਵਲਸ। ਜਿਹੜੇ ਐਨੀਮਲਸ ਐਕਟਿਵ ਡਿਊਰਿੰਗ ਡੇ ਟਾਈਮ, ਡਿਊਰੀਨਲ ਕਹਿੰਦੇ ਹਾਂ ਅਸੀਂ ਉਹਨਾਂ ਨੂੰ, ਐਕਟਿਵ ਡਿਊਰਿੰਗ ਡੇ ਟਾਈਮ ਤੇ ਰਾਤ ਨੂੰ ਇਹ ਸੌਂ ਜਾਂਦੇ ਨੇ, ਤੇ ਨੋਕਟਰਨਲ ਹੈਗੇ ਨੇ ਵਿਚ ਆਰ ਐਕਟਿਵ ਡਿਊਰਿੰਗ ਨਾਈਟ। ਇਹ ਜਿਹੜੇ ਨੇ ਇਹ ਹੈਗਾ ਦੇਖੋ ਕਾਕਰੋਚ ਹੈ, ਆਊਲ ਹੈ, ਦੇ ਆਰ ਐਕਟਿਵ ਡਿਊਰਿੰਗ ਨਾਈਟ। ਤੇ ਉਹ ਦੂਸਰੇ ਪਾਸੇ ਸੀਜ਼ਨਸ ਨੇ, ਤੁਸੀਂ ਜੇ ਫਸਲਾਂ ਦੇਖਦੇ ਹੈਗੇ ਹੋ ਤਾਂ ਇਹ ਪਲਾਂਟਸ ਜਿਹੜੇ ਹੈਗੇ ਨੇ ਇਹ ਜ਼ਿਆਦਾ ਹੀਟ ਚਾਹੁੰਦੇ ਨੇ। ਰਾਈਸ ਪੈਡੀ ਹੈਗੀ ਆ, ਤੇ ਕਣਕ ਜਿਹੜੀ ਹੈ ਵੀਟ, ਇਹ ਵਿੰਟਰ ਕੋਲਡਰ ਏਰੀਆਜ਼ ਦੇ ਵਿੱਚ ਜਾਂ ਜਦੋਂ ਵਿੰਟਰ ਸੀਜ਼ਨ ਹੈਗਾ ਉਸ ਸਮੇਂ ਅਸੀਂ ਇਹਨੂੰ ਬੀਜਦੇ ਹਾਂ। ਥਰਮੋ ਰੈਗੂਲੇਸ਼ਨ ਇਨ ਪਲਾਂਟਸ ਐਂਡ ਕੋਲਡ ਬਲੱਡਡ ਐਨੀਮਲਸ, ਬੇਟਾ ਜਿਹੜੇ ਇਹ ਸਾਰੇ ਨੇ ਦੇ ਚੇਂਜ देयर body temperature according to the environment. ਹਾਈਬਰਨੇਸ਼ਨ ਮੀਨਸ ਲੌਂਗ ਸਲੀਪ, ਲੰਬਾ ਸਮਾਂ ਸੌਣ ਵਾਸਤੇ ਚਲੇ ਜਾਂਦੇ ਨੇ। ਐਨਜ਼ਾਈਮਸ ਨੇ ਜਿਹੜੇ ਉਹ ਇਨਐਕਟਿਵ ਹੋ ਜਾਂਦੇ ਨੇ, ਸੋ ਇਸ ਕਰਕੇ ਉਹ ਥੋੜ੍ਹਾ ਜਿਹਾ ਆਪਣਾ ਜਿਉਣ ਜੋਗੀ ਜਿਹੜੀ ਹੈਗੀ ਐਨਰਜੀ ਯੂਟੀਲਾਈਜ਼ ਕਰਦੇ ਹੈਗੇ ਨੇ ਤੇ ਲੰਬੀ ਨੀਂਦ ਸੌ ਜਾਂਦੇ ਨੇ। ਬਟ ਇਨ ਸਮਰ ਦੇ ਬਿਕਮ ਐਕਟਿਵ ਐਟ ਨਾਈਟ। ਸੋ ਇਸ ਤਰ੍ਹਾਂ ਨਾਲ ਉਹ ਆਪਣਾ ਜ਼ਿਆਦਾ ਠੰਡ ਤੇ ਜ਼ਿਆਦਾ ਗਰਮੀ ਤੋਂ ਬਚਾਅ ਕਰਦੇ ਨੇ। ਇਸੇ ਤਰ੍ਹਾਂ ਹੀ ਪੋਲਰ ਬੀਅਰ ਹੈ, ਇਟ ਆਲਸੋ ਅੰਡਰਗੋਜ਼ ਹਾਈਬਰਨੇਸ਼ਨ। ਤਾਂ ਉਹ ਸਮਾਂ ਜਿਹੜਾ ਔਖਾ ਸਮਾਂ ਉਹ ਇਸ ਤਰ੍ਹਾਂ ਕੱਢ ਲੈਂਦੇ ਨੇ। ਦੈਨ ਹੈਗਾ ਹੋਮੀਓਸਟਾਸਿਸ। ਹੋਮੀਓਸਟਾਸਿਸ ਮੀਨਸ ਜਿਹੜੇ ਵਾਰਮ ਬਲੱਡਡ ਐਨੀਮਲਸ ਹੈਗੇ ਨੇ ਇਹ ਸਾਰੇ ਇਹਨਾਂ ਦੇ ਦੇਖੋ ਬੋਡੀਜ਼ ਦੇ ਆਰ ਕਵਰਡ ਬਾਏ ਥਿਕ ਫਰ ਹੈਗੀ ਹੈ ਇਹਦੇ, ਦੈਨ ਫੈਦਰਸ ਜਾਂ ਫਿਰ ਫੈਟ, ਜਿਹੜੀ ਮੋਟੀ ਫੈਟਸ ਹੈਗੀਆਂ ਨੇ ਉਹਨੇ ਕਵਰ ਕੀਤਾ ਹੋਇਆ। ਸੋ ਦੇ ਮੇਨਟੇਨ देयर body temperature throughout the life. Here water is the second most important abiotic factor. According to the availability of water, plants they are of three types. First is hydrophytes. Hydrophytes means they have abundant water around them. So these are hydrophytes are aquatic plants. And the second they are mesophytes. Mesophytes they are those plants which have water, available water according to their needs. And the third one they are the xerophytes. The xerophytes they face scarcity of water. For example, cactus. Aquatic adaptations these are aerenchyma tissue ਤਾਂ ਕਿ ਉਹ ਡੁੱਬ ਨਾ ਜਾਣ ਵਿੱਚ। Dissected leaves
ਤਾਂ ਇੱਥੇ ਜਿਹੜਾ ਹੈਗਾ ਪੱਤੇ ਨੇ ਜਿਹੜੇ ਦੇ ਆਰ ਡਾਇਸੈਕਟਡ, ਮਤਲਬ ਕੱਟਵੇਂ ਨੇ। ਐਂਡ ਥਰਡ ਇਜ਼ ਦ ਫਲੈਕਸੀਬਲ ਸਟੈਮ, ਇੱਥੇ ਹੀ ਤੁਸੀਂ ਦੇਖ ਸਕਦੇ ਹੋ ਸਟੈਮ ਇਜ਼ ਵੈਰੀ ਫਲੈਕਸੀਬਲ। ਸੋ ਇਹ ਵਾਟਰ ਕਰੰਟ ਨੂੰ ਸਹਿ ਲੈਂਦੀ ਹੈ। ਨਾਓ ਐਕੁਐਟਿਕ ਅਡੈਪਟੇਸ਼ਨਸ ਇਨ ਐਨੀਮਲਸ, ਹੁਣ ਐਨੀਮਲਸ ਦੇ ਵਿੱਚ ਦੇਖਦੇ ਹਾਂ ਅਸੀਂ ਕਿਸ ਤਰ੍ਹਾਂ ਦੀਆਂ, ਜਿਹੜੇ ਪਾਣੀ ਦੇ ਵਿੱਚ ਨੇ ਉਹਨਾਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਜ਼ਿਆਦਾਤਰ ਸਮੁੰਦਰ ਦੇ ਵਿੱਚ ਜੇ ਅਸੀਂ ਸੋਚ ਲਈਏ ਤਾਂ ਲੂਣਾ ਪਾਣੀ ਹੁੰਦਾ, ਸੋ ਸਾਲਟਸ ਹੁੰਦੇ ਨੇ, pH ਹੁੰਦਾ। ਸੋ ਇਸ ਤਰ੍ਹਾਂ ਦੀਆਂ ਡਿਫਰੈਂਟ ਜਿਹੜੀਆਂ ਹੈਗੀਆਂ ਨੇ ਪ੍ਰੋਬਲਮਸ ਉਹ ਕਿਵੇਂ ਫੇਸ ਕਰਦੇ ਨੇ। ਦੇਖੋ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਹੈ ਦੈਟ ਇਜ਼ ਐਂਡੋਸਮੋਸਿਸ ਐਂਡ ਐਕਸੋਸਮੋਸਿਸ। ਅੱਗੇ ਹੈਗਾ ਸਾਲਟ ਐਕਸਕ੍ਰੀਟਿੰਗ ਗਲੈਂਡਸ। ਕੁਝ ਐਨੀਮਲਸ ਜਿਹੜੇ ਹੈਗੇ ਨੇ ਉਹ ਆਪਣੇ ਆਪ ਨੂੰ ਅਡੈਪਟ ਕਰ ਲੈਂਦੇ ਨੇ। ਉਹ ਸਾਲਟ ਜਿਹੜਾ ਹੈਗਾ, ਦੇਖੋ ਸੀ ਗਲਸ, ਇਹ ਸੀ ਗਲ ਹੈ ਜਿਹਦੇ ਇੱਥੇ ਦੇਖੋ ਗਲੈਂਡਸ ਹੈਗੇ ਨੇ, ਸਾਲਟ ਗਲੈਂਡਸ ਨੇਗੇ। ਸਾਲਟ ਹੈ ਜਿਹੜਾ ਇੱਥੇ ਇਕੱਠਾ ਹੋ ਜਾਂਦਾ ਹੈ ਤੇ ਨੱਕ ਦੇ ਰਾਹੀਂ ਇਹ ਜਿਹੜਾ ਹੈਗਾ ਨੇਜ਼ਲ ਡ੍ਰੌਪਸ ਦੇ ਰਾਹੀਂ ਨੋਸਟ੍ਰਿਲ ਦੇ ਵਿੱਚੋਂ ਬਾਹਰ ਆ ਜਾਂਦੇ ਨੇ। ਸੋ ਐਕਸਟਰਾ ਜਿਹੜਾ ਸਾਲਟ ਹੈਗਾ ਇਹਦੇ ਤੋਂ ਇਸ ਤਰ੍ਹਾਂ ਛੁਟਕਾਰਾ ਪਾ ਲੈਂਦੇ ਨੇ। ਨਾਓ ਐਕੁਐਟਿਕ ਅਡੈਪਟੇਸ਼ਨਸ ਇਨ ਐਨੀਮਲਸ। ਐਨੀਮਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਬੇਟਾ, ਤਾਂ ਉਦੋਂ ਦੇਖੋ ਸਾਡੇ ਕੋਲੇ ਦੋ ਤਰ੍ਹਾਂ ਦੇ ਹੈਗੇ ਨੇ। ਇਹਦੇ ਵਿੱਚ ਯੂਰੀ ਹੈਲਾਈਨ, ਇੱਥੇ ਯੂਰੀ ਐਂਡ ਸਟੈਨੋ ਦੋ ਜਿਹੜੇ ਹੈਗੇ ਨੇ ਵਰਡਸ, ਇਹ ਅਸੀਂ ਜੇ ਇਹਨੂੰ ਤੋੜ ਕੇ ਦੇਖਦੇ ਹਾਂ, ਹੈਲਾਈਨ ਮੀਨਸ ਸਾਲਟ ਨਾਲ ਸੰਬੰਧਿਤ ਹੈਗਾ, ਯੂਰੀ ਮੀਨਸ ਵਾਈਡ ਰੇਂਜ। ਤਾਂ ਇਹਨਾਂ ਨੂੰ ਜੇ ਇਹ ਇਹੋ ਜਿਹੇ ਐਨੀਮਲਸ ਹੈਗੇ ਨੇ ਜਿਨ੍ਹਾਂ ਨੂੰ ਭਾਵੇਂ ਜ਼ਿਆਦਾ ਲੂਣ ਹੋਣ ਭਾਵੇਂ ਥੋੜ੍ਹੇ ਹੋਣ ਤਾਂ ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇੱਥੇ ਸ਼ਾਰਕ ਦੀ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ। ਤਾਂ ਇਹ ਜਿਹੜੀ ਹੈਗੀ ਹੈ ਇਹ ਤੇ ਇਹਨੂੰ ਜ਼ਿਆਦਾ ਲੂਣ ਜਾਂ ਥੋੜ੍ਹੇ ਲੂਣਾਂ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਬਹੁਤ ਦੂਰ ਤੱਕ ਜਿਹੜੀ ਹੈਗੀ ਹੈ ਇਹ ਜਾ ਸਕਦੀ ਹੈ। ਐਂਡ ਦ ਸੈਕਿੰਡ ਵਨ ਦੈਟ ਇਜ਼ ਸਟੈਨੋਹੈਲਾਈਨ। ਸਟੈਨੋਹੈਲਾਈਨ ਦੇ ਵਿੱਚ ਹੈ ਬੇਟਾ ਜਿਹੜੇ ਵਿਚ ਕੈਨ ਟੋਲਰੇਟ ਏ ਨੈਰੋ ਰੇਂਜ ਆਫ ਸੈਲਿਨਿਟੀ। ਟਿਊਨਾ ਫਿਸ਼ ਹੈਗੀ ਹੈ, ਇਟ ਇਜ਼ ਸਟੈਨੋਹੈਲਾਈਨ। ਨਾਓ ਵੀ ਵਿਲ ਕਮ ਟੂ ਦ ਐਨੀਮਲਸ ਆਫ ਡਰਾਈ ਏਰੀਆ। ਖੁਸ਼ਕ ਇਲਾਕੇ ਦੇ ਜਾਨਵਰ ਨੇ ਬੇਟਾ, ਇੱਕ ਤਾਂ ਹੈਗਾ ਕੰਗਾਰੂ ਰੈਟ ਐਂਡ ਦ ਸੈਕਿੰਡ ਇਜ਼ ਕੈਮਲ। ਕੰਗਾਰੂ ਰੈਟ ਜਿਹੜਾ ਹੈਗਾ ਇਹਦੀਆਂ ਹਾਈਂਡ ਲੈਗਸ ਦੇ ਆਰ ਵੈਰੀ ਸਟਰੋਂਗ ਐਂਡ ਲੌਂਗ। ਆਪਣੇ ਫੂਡ ਤੋਂ ਹੀ ਆਪਣੀ ਜਿਹੜੀ ਵਾਟਰ ਦੀ ਨੀਡ ਹੈਗੀ ਆ ਉਹਨੂੰ ਪੂਰੀ ਕਰਦਾ। ਸੋ ਦੈਟ ਇਸੇ ਤਰ੍ਹਾਂ ਹੀ ਕੈਮਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੈਮਲ ਦੇ ਦੇਖੋ ਹੇਠਾਂ ਪੈਰ ਤੁਰਨ ਨੂੰ ਪੈਡਸ ਹੁੰਦੇ ਨੇ ਰੇਤੇ ਦੇ ਵਿੱਚ, ਤੇ ਇਹਦੇ ਜਿਹੜਾ ਹੈਗਾ ਹੰਪ ਹੈ ਬੇਟਾ, ਇਹਦੇ ਵਿੱਚ ਫੈਟ ਜਿਹੜੀ ਆ ਉਹ ਇਕੱਠੀ ਹੋ ਜਾਂਦੀ ਹੈ, ਤੇ ਜੇ ਇਹਨੂੰ ਕਾਫੀ ਦਿਨ ਨਹੀਂ ਵੀ ਮਿਲਦਾ ਖਾਣ ਨੂੰ ਤਾਂ ਵੀ ਇਹ ਬਰਦਾਸ਼ਤ ਕਰ ਲੈਂਦਾ। ਤੇ ਸਵੈਟਿੰਗ ਗਲੈਂਡਸ ਨਹੀਂ ਹੁੰਦੇ ਇਹਦੇ, ਤੇ ਇਹਦਾ ਟੈਂਪਰੇਚਰ ਜੇ ਮਤਲਬ 41 ਤੱਕ ਵੀ ਚਲੇ ਜਾਂਦਾ ਇਹ ਤਾਂ ਵੀ ਉਹਨੂੰ ਬਰਦਾਸ਼ਤ ਕਰ ਲੈਂਦਾ। ਤੇ ਇਸੇ ਤਰ੍ਹਾਂ ਹੀ ਇਹਨੂੰ ਪਾਣੀ ਜੇ ਕਾਫੀ ਸਮਾਂ ਨਹੀਂ ਮਿਲਦਾ ਤਾਂ ਇਹ ਜਿੱਦਣ ਵੀ ਇਹਨੂੰ ਜਦੋਂ ਵੀ ਪਾਣੀ ਮਿਲਦਾ ਤਾਂ ਇਹ ਇਕੱਠਾ ਹੀ ਇੱਕਦਮ ਬੜੀ ਤੇਜ਼ੀ ਦੇ ਨਾਲ ਪੀ ਜਾਂਦਾ। ਤੇ both animals they also excrete their concentrated urine and solid feces. Now light, visible part of electromagnetic spectrum, and the processes influenced by light, they are first is photosynthesis. It is indispensable for the plants to synthesize the organic matter. ਸੋ ਇਹ ਬਹੁਤ ਜ਼ਰੂਰੀ ਹੈ ਬੇਟਾ, ਕਿਉਂਕਿ ਹਰ ਜਿਹੜੀ ਫੂਡ ਚੇਨ ਹੈਗੀ ਆ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ ਲਾਈਟ ਹੈ ਜਿਹੜੀ ਇਟ ਇਜ਼ ਦ ਇੰਪੋਰਟੈਂਟ ਵੈਰੀ ਇੰਪੋਰਟੈਂਟ ਫੈਕਟਰ ਫॉर ਫੋਟੋਸਿੰਥਸਿਸ। ਐਂਡ ਦ ਸੈਕਿੰਡ ਵਨ ਇਜ਼ ਗਰੋਥ। ਤੇ ਜਿਹੜੀ ਗਰੋਥ ਹੈਗੀ ਹੈ ਦੇਖੋ ਜਦੋਂ ਲਾਈਟ ਹੁੰਦੀ ਆ, ਜਿੱਥੇ ਜ਼ਿਆਦਾ ਲਾਈਟ ਹੋਊਗੀ ਉੱਥੇ ਜ਼ਿਆਦਾ ਗਰੋਥ ਹੋਊਗੀ। ਇਟ ਇਜ਼ ਫੇਵਰਡ ਬਾਈ ਮੋਡਰੇਟ ਲਾਈਟ ਇੰਟੈਂਸਿਟੀ and red light. And UV light, UV rays, they promote rosette formation behavior of plants, and the leaves they become small and thick because internodes they remain small, so it promotes flowering. And the next is transpiration. As you know, the stomata they remain open at the daytime and they become closed at night. And further, if the warm temperature, it enhances the transpiration. So transpiration is more at the daytime. And the next point is germination. Many seeds they germinate in the presence of light, so they are known as photoblastic seeds. They are positively photoblastic.
and some they do not need light, which are known as negative photoblastic. Here viscum is positive photoblastic, whereas onion and tomato seeds, they do not need light to germinate, so they are negative photoblastic. Now pigmentation. Some animals they develop dark color in dim light, while bright color in bright light or light color. But human causes tanning of skin after prolonged exposure to light. Hair become complete white in snow, whereas plant leaves they become pale yellow or brown. Now the next process influenced by light is movements. The shoot tips they bend toward the light, while as root tips they move away from the light. It is known as phototropism. Now, daily rhythm in animals, they can be divided into 5. First is diurnal. The individuals or organisms which are active during daytime, for example, all the birds and mammals. And the second nocturnal, which are active during night, owl and cockroach you can see at night. And the third, they are auroral, active at early morning, that is bat. And the fourth is vesperal, that is active during dusk. And fifth is, here example is rabbit. And the fifth is crepuscular, active during dawn and dusk. The example is lion. Now photoperiodism. It is the response of organism due to number and length of daylight. Students, here you can see different plants, they respond differently due to the short day, long day and day neutral. Now, light zones of aquatic habitats. The deep sea oceans and lakes, they can be divided into 2 zones, littoral zone and limnatic zone. ਹੁਣ littoral zone ਕੀ ਹੁੰਦਾ ਬੱਚਿਓ, ਜਦੋਂ ਲਾਈਟ ਪੈਨੀਟ੍ਰੇਟ ਕਰਦੀ ਆ ਤੇ ਹੇਠਾਂ ਤੱਕ ਪਹੁੰਚ ਜਾਂਦੀ ਹੈ ਟੂ ਦ ਬਾਟਮ। ਸੋ ਇਹ ਸਾਰੇ ਪਾਣੀ ਦੇ ਵਿੱਚ ਪ੍ਰੋਡਿਊਸਰਸ ਹੁੰਦੇ ਨੇ, ਮਿਲਦੇ ਨੇ। ਬਟ ਜਿਹੜਾ ਲਿਮਨੈਟਿਕ ਜ਼ੋਨ ਹੈਗਾ ਇਹ ਕਾਫੀ ਡੀਪ ਡੂੰਘਾ ਚਲੇ ਜਾਂਦਾ ਤੇ ਲਾਈਟ ਜਿਹੜੀ ਐਂਡ ਆਕਸੀਜਨ ਡਿਕਰੀਜ਼ਸ ਵਿਦ ਦ ਡੈਪਥ ਆਫ ਦ ਵਾਟਰ। ਸੋ ਇੱਥੇ ਇਹਨੂੰ ਡਿਵਾਈਡ ਕੀਤਾ ਜਾਂਦਾ ਇਨਟੂ ਫੋਟਿਕ ਐਂਡ ਏਫੋਟਿਕ ਜ਼ੋਨ। ਹੁਣ ਫੋਟਿਕ ਕਿਹੜਾ, ਜਿਹੜਾ ਲਾਈਟ ਪ੍ਰਾਪਤ ਕਰ ਰਿਹਾ ਹੈ, ਐਂਡ ਏਫੋਟਿਕ ਜਿੱਥੇ ਲਾਈਟ ਪੈਨੀਟ੍ਰੇਟ ਨਹੀਂ ਕਰਦੀ, ਵੇਅਰ ਦੇਅਰ ਇਜ਼ ਨੋ ਲਾਈਟ। ਸੋ ਇਹਦੇ ਬਿਲਕੁਲ ਬਾਟਮ ਤੇ ਜਾ ਕੇ ਉਹਨੂੰ ਅਸੀਂ ਕੀ ਕਹਿੰਦੇ ਆ, ਬੈਂਥਿਕ ਜ਼ੋਨ। ਬਾਟਮ ਦੇ ਉੱਪਰ ਕਿਹੜਾ ਹੈਗਾ, ਏਫੋਟਿਕ ਜ਼ੋਨ, ਕਿਉਂਕਿ ਬਹੁਤ ਡੂੰਘਾ ਹੈਗਾ। ਸੋ ਅਪ ਟੂ 200 ਮੀਟਰਸ ਜਿਹੜਾ ਹੈਗਾ ਫੋਟਿਕ ਜ਼ੋਨ ਹੁੰਦਾ। ਫੋਟਿਕ ਜ਼ੋਨ ਨੂੰ ਅਸੀਂ ਅਗੇਨ ਡਿਵਾਈਡ ਕਰਦੇ ਹਾਂ ਇਨਟੂ ਯੂਫੋਟਿਕ ਐਂਡ ਡਿਸਫੋਟਿਕ ਜ਼ੋਨ। ਜਿਹੜੀ ਮੱਧਮ ਜੀ ਲਾਈਟ ਹੈਗੀ ਆ ਉਹ ਡਿਸਫੋਟਿਕ ਹੈਗਾ, ਇਹ ਹੈਗਾ ਯੂਫੋਟਿਕ ਜ਼ੋਨ। ਹੁਣ ਯੂਫੋਟਿਕ ਜ਼ੋਨ ਦੇ ਵਿੱਚ ਜਿਹੜੀ ਹੈਗੀ ਆ ਸਭ ਤੋਂ ਉੱਪਰ ਗ੍ਰੀਨ ਐਲਗੀ ਮਿਲਦੀ ਆ, ਫਿਰ ਉਸ ਤੋਂ ਬਾਅਦ ਬਰਾਊਨ ਐਲਗੀ ਹੋਊਗੀ, ਦੈਨ ਜਿਹੜੀ ਹੈਗੀ ਆ ਰੈੱਡ ਐਲਗੀ। ਨੋ ਪ੍ਰੋਡਿਊਸਰਸ ਦੇ ਆਰ ਫਾਊਂਡ ਇਨ ਦ ਏਫੋਟਿਕ ਜ਼ੋਨ। Now the last abiotic factor is the soil. ਹੁਣ ਤੁਸੀਂ ਦੇਖਦੇ ਹੋ ਬੇਟਾ ਜਿਹੜੀ ਮਿੱਟੀ ਹੈਗੀ ਆ ਇਸੇ ਤੇ ਡਿਪੈਂਡ ਕਰਦੀ ਆ, ਹਰ ਚੀਜ਼ ਹੈ ਜਿਹੜੀ ਉੱਗਦੀ ਹੈ ਮਿੱਟੀ ਦੇ ਉੱਤੇ। ਸੋ ਇਹਦੇ ਤੁਸੀਂ ਤਹਿਾਂ ਦੇਖ ਸਕਦੇ ਹੋ, ਇਹ ਵੱਖ-ਵੱਖ ਜਿਹੜੇ ਇਹਦੇ ਪਦਾਰਥ ਹੈਗੇ ਨੇ ਜਿਨ੍ਹਾਂ ਤੋਂ ਮਿਲ ਕੇ ਬਣੀ ਹੋਈ ਹੈ। ਸੋ ਉਹਨੇ ਤਹਿਾਂ ਬਣਾਈਆਂ ਹੋਈਆਂ ਨੇ। ਜਦੋਂ ਅਸੀਂ ਇਹਦਾ ਸੈਕਸ਼ਨ ਦੇਖਦੇ ਹੈਗੇ ਆ, ਸੋ ਇਹਨੂੰ ਅਸੀਂ ਸੋਇਲ ਪ੍ਰੋਫਾਈਲ ਕਹਿੰਦੇ ਹੈਗੇ ਆ। ਹੌਰੀਜ਼ੋਨਸ ਕੀ ਹੈਗੇ ਨੇ, ਇਹਨੂੰ ਅਸੀਂ ਡਿਵਾਈਡ ਕੀਤਾ ਹੋਇਆ ਇਹਨਾਂ ਤਹਿਾਂ ਦੇ ਵਿੱਚ। ਸੋ ਇਹਨਾਂ ਨੂੰ ਹੌਰੀਜ਼ੋਨਸ ਕਿਹਾ ਜਾਂਦਾ। ਸਾਰਿਆਂ ਤੋਂ ਉੱਪਰਲਾ ਜਿਹੜਾ ਹੈਗਾ ਉਹ ਇਟ ਇਜ਼ ਦ ਆਰਗੈਨਿਕ। ਆਰਗੈਨਿਕ ਮੀਨਸ ਲਿਵਿੰਗ, ਜਿੰਨਾ ਵੀ ਡੈਡ ਐਂਡ ਡਿਕੇਇੰਗ ਮੈਟਰ ਹੈਗਾ, ਲਿਟਰ ਹੈ, ਉਹ ਇੱਥੇ ਹੀ ਪਿਆ ਹੈਗਾ। ਦੈਨ ਇਹ ਜਿਹੜਾ ਹੈਗਾ ਹੌਰੀਜ਼ੋਨ, ਇਹਦੇ ਵਿੱਚ ਜਿਹੜਾ ਹਿਊਮਸ ਹੈਗਾ ਉਹ ਮੈਕਸੀਮਮ ਹੈ। ਸੋ ਜਿਹੜੇ ਪਲਾਂਟਸ ਹੈਗੇ ਨੇ ਉਹਨਾਂ ਦੀਆਂ ਰੂਟਸ ਹੈਗੀਆਂ ਨੇ ਉਹ ਇੱਥੋਂ ਹੀ ਆਪਣੇ ਮਿਨਰਲਸ ਵਗੈਰਾ ਲੈਂਦੀਆਂ ਨੇ। ਦੈਨ ਉਸ ਤੋਂ ਬਾਅਦ ਬੀ ਹੌਰੀਜ਼ੋਨ ਆ ਗਿਆ ਤੇ ਡੂੰਘੀਆਂ ਪਾਣੀ ਨੂੰ ਲੱਭਣ ਵਾਸਤੇ ਚਲੀਆਂ ਜਾਂਦੀਆਂ ਨੇ ਜੜ੍ਹਾਂ ਨੇ ਜਿਹੜੀਆਂ ਰੂਟਸ ਨੇ। ਐਂਡ ਦੈਨ ਸੀ ਜਿਹੜਾ ਹੈਗਾ ਉਹ ਬੈੱਡ ਰੌਕ, ਜਿੱਥੋਂ ਇਹ ਮਿੱਟੀ ਬਣੀ ਹੈਗੀ ਆ ਉਹ ਤੋਂ ਟੁੱਟ ਕੇ ਪੱਥਰ ਨੇ ਜਿਹੜੇ ਭੁਰ ਕੇ ਉਹ ਸੀ ਸਬਸਟੇਟਮ ਜਿਹੜਾ ਹੈਗਾ ਜਾਂ ਸੀ ਹੌਰੀਜ਼ੋਨ ਜਿਹੜਾ ਹੈ ਉਹ ਬਣਦਾ।
ਸੋ ਇੱਥੇ ਬਿਲਕੁਲ ਵੀ ਆਰਗੈਨਿਕ ਮੈਟਰ ਹੈ ਜਿਹੜਾ ਉਹ ਨਹੀਂ ਮਿਲਦਾ। ਹੋ ਸਕਦਾ ਇੱਥੇ ਪਾਣੀ ਦੀ ਲੇਅਰ ਹੋਵੇ, ਵਾਟਰ ਲੇਅਰ ਹੋਵੇ। ਦੈਟ ਇਜ਼ ਰੈੱਡ ਸੋਇਲ। ਰੈੱਡ ਦੇ ਵਿੱਚ ਆਇਰਨ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਐਂਡ ਦੈਨ ਬਲੈਕ, ਕਾਲੀ ਮਿੱਟੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਕਾਟਨ ਵਾਸਤੇ ਬਹੁਤ ਚੰਗੀ ਹੈ। ਇਹਦੇ ਜਿਹੜੇ ਕਣ ਹੁੰਦੇ ਨੇ ਉਹ ਬਹੁਤ ਬਰੀਕ ਹੁੰਦੇ ਨੇ। ਐਲੂਵੀਅਲ ਸੋਇਲ ਜਿਹੜੀ ਹੈਗੀ ਹੈ ਸਭ ਤੋਂ ਬੈਸਟ ਸੋਇਲ ਹੈਗੀ ਹੈ। ਤਰਾਈ ਦੇ ਖੇਤਰ ਜਿੱਥੇ ਪਾਣੀ ਹੈ, ਜਿਹੜਾ ਮੈਦਾਨੀ ਇਲਾਕਾ ਉਹਨੂੰ ਅਸੀਂ ਕਹਿੰਦੇ ਆ ਸੋ ਤਰਾਈ ਸੋਇਲ। ਐਲੂਵੀਅਲ ਸੋਇਲਸ ਜਿਹੜੀਆਂ ਟਰਾਂਸਪੋਰਟ ਹੋ ਕੇ ਜਾਂਦੀਆਂ ਨੇ ਪਾਣੀ ਦੇ ਨਾਲ, ਜਦੋਂ ਉੱਤੋਂ ਪਾਣੀ ਆਉਂਦਾ ਤੁਰਿਆ, ਸੋ ਉਹਦੇ ਨਾਲ ਵਧੀਆ ਮਿੱਟੀ ਹੈ ਜਿਹੜੀ ਉਹ ਫਲੋਟ ਕਰਕੇ ਚਲੀ ਜਾਂਦੀ ਹੈ। ਐਂਡ ਤਰਾਈ ਸੋਇਲ ਹੈ ਜਿਹੜੀ ਫੁੱਟ ਹਿੱਲ ਦੇ ਬਿਲਕੁਲ ਉੱਥੇ ਹੀ ਪੈਰਾਂ ਦੇ ਵਿੱਚ ਪਈ ਹੈ ਕਿਸੇ ਵੀ ਪਹਾੜ ਦੇ, ਤਾਂ ਉਹ ਮੈਦਾਨੀ, ਇਹਦੇ 'ਚ ਥੋੜ੍ਹੇ ਪੱਥਰ ਵੀ ਹੁੰਦੇ ਨੇਗੇ। ਸੋ ਦਿਸ ਇਜ਼ ਦ ਨਾਓ ਸੋਇਲ ਕੰਪੋਜੀਸ਼ਨ। It has mineral matter, organic matter, soil moisture, soil atmosphere ਹੈਗਾ, ਹਵਾ ਵਾਯੂ ਹੁੰਦੀ ਹੈ ਜਿੱਥੋਂ ਜੜ੍ਹਾਂ ਸਾਹ ਲੈਂਦੀਆਂ ਨੇ, ਅਤੇ ਉਹਦੇ ਵਿੱਚ ਕੁਝ ਸਜੀਵ ਵੀ ਹੁੰਦੇ ਨੇ, ਉਹ ਵੱਖਰੇ ਵੱਖਰੇ ਹੁੰਦੇ, ਜਿਸ ਤਰ੍ਹਾਂ ਦੀ ਮਿੱਟੀ ਹੈਗੀ ਹੈ ਉਹਨਾਂ ਦੀ ਨੀਡ ਜਿਸ ਤਰ੍ਹਾਂ ਦੀ ਪੂਰੀ ਹੁੰਦੀ ਹੈ, ਪੂਰਤੀ ਹੁੰਦੀ ਹੈ, ਉਸ ਤਰ੍ਹਾਂ ਦੇ ਰਹਿੰਦੇ ਨੇ। ਐਂਡ ਦੇਅਰ ਪ੍ਰਪੋਰਸ਼ਨਸ ਦੇ ਆਰ ਗਿਵਨ ਹੇਅਰ। ਨਾਓ soil texture. It is a physical structure of soil which is due to size, proportion and arrangement of its constituents. Types of soil texture, they are clay soils, loam soils, sandy soils and silt soil. Here loamy soil is one of the most fertile of many types of soils with rich nutrients and good drainage. Now summarizing the topic, the environmental factors are any factors, abiotic or biotic, that influences living organisms. Now major abiotic factors, they play a key role in producing much variations in the physical and chemical conditions of different habitat. First one is the temperature. It depends upon latitude, altitude, topography and humidity. Depending upon the ability to tolerate variations in temperature, organisms are cold-blooded or xenothermal, eurythermal or warm-blooded animals. Water, it is the most important factor influencing the life of organisms. To overcome this problem, plants have adaptations. And the next abiotic factor is light. Electromagnetic spectrum, it is the visible part. Processes influenced by light, they are photosynthesis, growth, transpiration, germination, pigmentation, movements, daily rhythm in animals, and photoperiodism. And the last one is soil. The nature of soil and properties vary in different places. It is dependent on the climate, various characteristics of the soil, along with other parameters, determine to a large extent the vegetation of any area. Students, now I will ask you some questions. List the various abiotic environmental factors. These are temperature, water, light and soil. And the second question is define benthic zone. It is the bottom zone. Light may be seen in shallow waters, but it is totally dark in lakes and seas. And the third question is what is homeostasis? They are warm-blooded animals. Endotherms or homeothermals maintain their fixed body temperature. They maintain their body temperature near 37 degrees centigrade. Due to maximum efficiency of enzymes, they remain active throughout. And the next question is describe the various types of influences exerted by light on organisms. Dear students, write this answer yourself. Hope you have enjoyed the lecture. Thanks beta. Okay, thanks.